वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है मलक भागो वाली साखी का। मलक भागो ने अपने घर ब्रह्म भोज किया। सतगुरु उसका ब्रह्म भोज खाण वास्ते नहीं गए तो उसका जिहड़ा ब्राह्मण सी पंडित सी उन्हें चुगली उगली है। मलक भागो नूं शिकायत ला दी कि दीवान साहब जिथे सारी दुनिया आई है उथे वो कराइया नानक तपा नहीं आया। हुण कईयां दे गल करन दा तरीका ऐसा हुंदा है, ये साडे बजुर्गां ने मन्नी है गल कि कईयां दी नज़र ते कईयां दा ताना कहंदे वो तां पत्थर पाड़ दिंदा है। उही हालत इस ब्राह्मण दे शब्दां ने कीती है। मलक भागो ने पहला पंडित नूं भेजिया, फिर सिपाही भेजे। जदों सतगुरु आए आया नाल भी गुस्सा किया, पर ये जिहड़ी इन्हें एक्सरसाइज की है, कदे ब्राह्मण नूं भेजना कदे पुलिस नूं भेजना फिर आप बोलना, जो सतगुरु चाहते सी वो हो गया। वो की है कि दुनिया इकट्ठी हो गई। जदों दुनिया इकट्ठी हो गई तो सतगुरु कहन लगे भी लिया अपना ब्रह्म भोज। हुण इन्हें थालां दे विच पूड़े पूड़ियां हलवा घिओ दे विच पके हुए जिहड़े पकवान सी वो लिया के रख दिते। सतगुरां ने भाई लालो नूं कहा भी तू भी लिया।
ਹੁਣ ਉਸ ਗਰੀਬ ਦੇ ਘਰ ਤਾਂ ਭਾਈ ਕੋਧਰੇ ਦੀ ਰੋਟੀ ਸੀ। ਮੈਂ ਜਦੋਂ ਇੱਥੋਂ ਕਥਾ ਤੋਂ ਹਟ ਕੇ ਆਪਣਾ ਫੋਨ ਵੇਖਿਆ ਤੇ ਮੈਨੂੰ ਕਿਸੇ ਨੇ ਇੱਕ WhatsApp ਤੇ ਮੈਸੇਜ ਭੇਜਿਆ ਹੋਇਆ ਸੀ, ਪੰਜਾਬ ਦੇ ਕਿਸੇ ਜ਼ਿਮੀਂਦਾਰ ਦਾ, ਭਾਈ ਗੁਰਪ੍ਰੀਤ ਸਿੰਘ, ਉਹ ਸਿੱਖੀ ਚੈਨਲ ਚਲਾਉਂਦੇ ਨੇ ਇੰਗਲੈਂਡ ਵਾਲਿਆਂ ਦਾ। ਉਹ ਇੰਟਰਵਿਊ ਲੈ ਰਹੇ ਨੇ ਕਿ ਜੇ ਕੋਈ ਅੱਜ ਉਸ ਸਿੱਖ ਦੇ ਘਰ ਜਾਵੇ ਤੇ ਉਹ ਫਿਰ ਉਹਨਾਂ ਨੂੰ ਕੋਧਰੇ ਦੀ ਰੋਟੀ ਖਵਾਉਂਦਾ ਹੈ। ਉਹ ਕਹਿੰਦਾ ਜੀ ਮੇਰੇ ਤਾਂ ਭਾਗ ਜਾਗ ਪਏ, ਇਸ 550 ਸਾਲਾਂ ਤੇ ਮੈਂ ਕੋਧਰੇ ਦੀ ਖੇਤੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਮੈਂ ਉਹ ਸਾਰੀ ਵੀਡੀਓ ਸੁਣੀ ਤੇ ਮੇਰੇ ਵੀ ਗਿਆਨ ਵਿੱਚ ਵਾਧਾ ਹੋਇਆ। ਅਸਲ ਵਿੱਚ ਜਿਹੜੀ ਕੋਧਰੇ ਦੀ ਫਸਲ ਹੈ ਇਹ ਬਾਜਰੇ ਵਰਗੀ ਬਰਾਨੀ ਫਸਲ ਹੈ, ਜਿੱਥੇ ਪਾਣੀ ਘੱਟ ਹੁੰਦਾ ਹੈ। ਪਰ ਪਾਣੀ ਘੱਟ ਹੋਣ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਵਾਸਤੇ ਖਾਣ ਵਾਸਤੇ ਇੱਕਮਾਤਰ ਜਿਹੜਾ ਸੀ ਉਹ ਰਸਤਾ ਹੀ ਇਹ ਸੀਗਾ। ਉਸ ਵੀਡੀਓ ਦੇ ਵਿੱਚ ਵੀ ਇਹ ਵਿਖਾਇਆ ਗਿਆ ਕਿ ਚਾਵਲ ਤੇ ਕਣਕ ਇਹ ਸਾਡੀ ਖੇਤੀ ਨਹੀਂ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਕੁਦਰਤ ਨੂੰ ਸਮਝਣ ਦੀ ਲੋੜ ਹੈ। ਜਿੱਥੇ ਪਾਣੀ ਧਰਤੀ ਦਾ ਠੀਕ ਨਹੀਂ, ਜਿੱਥੇ ਗਰਮੀ ਜ਼ਿਆਦੀ ਹੈ, ਜਿੱਥੇ ਬਰਫਾਂ ਪੈਂਦੀਆਂ ਨੇ, ਜਿੱਥੇ ਰੇਗਿਸਤਾਨ ਨੇ, ਜਿੱਥੇ ਧਰਤੀ ਦਾ ਉਤਲਾ ਪਾਣੀ ਠੀਕ ਨਹੀਂ ਹੈ, ਇਹਨਾਂ ਸਾਰੀਆਂ ਰੁੱਤਾਂ, ਇਹੋ ਜਿਹੇ ਸਾਰੇ ਮੌਸਮਾਂ ਦੇ ਵਿੱਚ ਇੱਦਾਂ ਦੀਆਂ ਸਾਰੀਆਂ ਧਰਤੀਆਂ ਦੇ ਉੱਤੇ ਪ੍ਰਮਾਤਮਾ ਨੇ ਵੱਖਰੇ ਵੱਖਰੇ ਜੀਵ ਤੇ ਬਨਸਪਤੀ ਇਹ ਪੈਦਾ ਕੀਤੀ ਹੈ। ਸਭ ਜਗ੍ਹਾ ਤੇ ਇੱਕੋ ਜਿਹੀ ਨਹੀਂ ਹੈ। ਜੇ ਆਪਾਂ ਕਹੀਏ ਨਾ ਵੀ ਹਰ ਥਾਂ ਤੇ ਇੱਕੋ ਜਿਹੀ ਫਸਲ ਹੁੰਦੀ, ਅੱਜ ਵੀ ਤੁਸੀਂ ਆਪਣੇ ਘਰ ਵਿੱਚ ਜਿਹੜੇ ਪਲਾਂਟਸ ਲਗਾਉਂਦੇ ਹੋ, ਪੌਦੇ, ਕਈ ਐਸੇ ਵੀ ਨੇ ਜਿਹੜੇ ਇਨਡੋਰ ਨੇ, ਕਈ ਐਸੇ ਨੇ ਜਿਹੜੇ ਆਊਟਡੋਰ ਨੇ, ਕਈ ਐਸੇ ਨੇ ਜਿਹੜੇ ਤੁਸੀਂ ਘਰ ਦੇ ਅੰਦਰ ਰੱਖ ਸਕਦੇ ਹੋ, ਕਈ ਐਸੇ ਨੇ ਜਿਹੜੇ ਤੁਹਾਨੂੰ ਬਾਹਰ ਰੱਖੋਗੇ ਤੇ ਸੜ ਜਾਣਗੇ, ਕਈ ਐਸੇ ਨੇ ਕਿ ਬਾਹਰ ਵਾਲੇ ਨੇ ਅੰਦਰ ਰੱਖੋਗੇ ਤਾਂ ਸੜ ਜਾਣਗੇ। ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਸੀ, ਉਹ ਵੀ ਇੱਕ ਟੁੱਕਰ ਚੁੱਕ ਲਿਆਇਆ। ਸਤਿਗੁਰਾਂ ਨੇ ਖੱਬੇ ਹੱਥ ਵਿੱਚ ਮਲਕ ਭਾਗੋ ਦੀਆਂ ਪੂੜੀਆਂ ਫੜੀਆਂ, ਪੂੜੇ ਫੜੇ, ਸੱਜੇ ਹੱਥ ਵਿੱਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਫੜੀ, ਤੇ ਜਦੋਂ ਆਪਣੀਆਂ ਮੁੱਠੀਆਂ ਨੂੰ ਝਪੀੜਿਆ, ਇਹ ਇਲਾਕਾਈ ਬੋਲੀ ਹੈ, ਇਲਾਕੇ ਦੀ ਭਾਸ਼ਾ ਹੈ। ਜਦੋਂ ਸਤਿਗੁਰਾਂ ਨੇ ਆਪਣੀਆਂ ਮੁੱਠੀਆਂ ਬੰਦ ਕੀਤੀਆਂ, ਆਪਣੀਆਂ ਮੁੱਠੀਆਂ ਨੂੰ ਘੁੱਟਿਆ, ਤੇ ਸੱਜੇ ਹੱਥ ਦੇ ਵਿੱਚੋਂ ਦੁੱਧ ਦੀ ਧਾਰਾ ਵਗੀ ਹੈ, ਖੱਬੇ ਦੇ ਵਿੱਚੋਂ ਖੂਨ ਦੀ ਧਾਰਾ ਵਗੀ ਹੈ। ਹੁਣ ਇਹ ਸਾਰਾ ਤਮਾਸ਼ਾ ਲੋਕਾਂ ਨੇ ਵੇਖਿਆ। ਸੁਧ ਜਿਨ ਕੇ ਹਿਰਦੇ ਵੇਖੇ ਸੋ ਕਿਉਂ ਸ਼ਰੋਨਤ ਪੀ, ਪੁੰਨਹੀਨ ਨਿਜ ਕਿਉਂ ਕਰੈ ਸਮਝ ਦੇਖੀਏ ਹੀ। ਸਤਿਗੁਰੂ ਕਹਿਣ ਲੱਗੇ ਵੀ ਤੂੰ ਸਾਨੂੰ ਕਹਿਣਾ ਕਿ ਬ੍ਰਹਮ ਭੋਜ ਕਰੋ। ਸਤਿਗੁਰੂ ਕਹਿੰਦੇ ਵੀ ਅਸੀਂ ਕਿਵੇਂ ਕਰ ਲਈਏ ਭਾਈ? ਜਿਨ੍ਹਾਂ ਕੋਲ ਸੋਝੀ ਹੋਏਗੀ ਉਹ ਤੇਰੇ ਘਰ ਦਾ ਬ੍ਰਹਮ ਭੋਜ ਕਦੇ ਨਹੀਂ ਕਰਨਗੇ, ਕਿਉਂਕਿ ਤੇਰੇ ਭੋਜਨ ਵਿੱਚ ਗਰੀਬਾਂ ਦਾ ਖੂਨ ਹੈ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਅੱਗੇ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਸ਼ੂਦਰ ਧਾਮੋ ਨਿਕਸਤ ਪੈ ਜਹ ਤੇ ਅਬਿਰਾਮੋ,
ਅਸਨ ਬਲੋਕੋ ਸ਼ੂਦਰ ਧਮ। ਸਤਿਗੁਰੂ ਕਹਿੰਦੇ ਵੇਖ ਮਲਕ ਭਾਗੋ, ਤੂੰ ਮੰਤਰੀ ਹੈ, ਤੂੰ ਅਮੀਰ ਆਦਮੀ ਹੈ, ਤੇਰੀ ਜਾਤੀ ਵੀ ਉੱਚੀ ਹੈ, ਪਰ ਤੇਰੇ ਘਰ ਦੇ ਭੋਜਨ ਦੇ ਵਿੱਚ ਖੂਨ ਹੈ, ਲਹੂ ਹੈ। ਅਸਨ ਬਲੋਕੋ ਸ਼ੂਦਰ ਧਮ। ਹੁਣ ਤੂੰ ਵੇਖ ਗਰੀਬ ਦੇ ਘਰ ਦਾ ਅਸਨ ਭੋਜਨ। ਨਿਕਸਤ ਪੈ ਜੇ ਤੇ ਅਬਰਾਮ। ਵੇਖੇ ਦੇ ਗਰੀਬ ਦੇ ਇਸ ਕੋਧਰੇ ਦੀ, ਇਸ ਰੋਟੀ ਦੇ ਵਿੱਚੋਂ, ਇਸ ਟੁੱਕਰ ਦੇ ਵਿੱਚੋਂ ਪੈ ਕਹਿੰਦੇ ਨੇ ਦੁੱਧ ਨੂੰ। ਸਤਿਗੁਰੂ ਕਹਿੰਦੇ ਇਹਦੇ ਵਿੱਚੋਂ ਸੁੰਦਰ ਦੁੱਧ ਨਿਕਲਿਆ। ਹਾਂਜੀ। ब्रह्म भोज होवत नित इनके, करो आहार सदन हो जिनके। ਬ੍ਰਹਮ ਭੋਜ ਹੋਵਤ ਨਿਤ ਇਨਕੇ। ਸਤਿਗੁਰੂ ਕਹਿਣ ਲੱਗੇ ਤੇਰੇ ਘਰ ਬ੍ਰਹਮ ਭੋਜ ਹੁੰਦਾ ਹੈ ਇੱਕ ਦਿਨ ਸਾਲ ਵਿੱਚ, ਪਰ ਉਹ ਵੀ ਗਰੀਬਾਂ ਦੇ ਖੂਨ ਵਾਲੀ ਕਮਾਈ ਨਾਲ। ਭਾਈ ਲਾਲੋ ਦੇ ਘਰ ਬ੍ਰਹਮ ਭੋਜ ਹੁੰਦਾ ਹੈ ਰੋਜ਼। ਕਰੋ ਆਹਾਰ ਸਦਨ ਹੋ ਜਿਨ ਕੇ। ਇਸੇ ਕਰਕੇ ਅਸੀਂ ਇਸ ਗਰੀਬ ਦੇ ਘਰ ਵਿੱਚ ਬੈਠੇ ਹਾਂ। ਇਹਦੇ ਘਰ ਵਿੱਚੋਂ ਅਸੀਂ ਰੋਜ਼ ਹੀ ਭੋਜਨ, ਰੋਜ਼ ਹੀ ਪ੍ਰਸ਼ਾਦਾ ਛਕਦੇ ਹਾਂ। ਹਾਂਜੀ। जिन कार रहर दिवस कार करही, बृत न काल माल की ओर तरही। ਨਿਜ ਕਰ ਟਹਿਲ ਦਿਵਸ ਮੈਂ ਕਰਹੀ। ਇਹ ਕੀ ਕਰਦਾ ਹੈ? ਭਾਈ ਲਾਲੋ ਕੀ ਕਰਦਾ ਹੈ? ਪੂਰਾ ਦਿਨ ਕਿਰਤ ਕਰਦਾ ਹੈ, ਆਪਣੀ ਮਿਹਨਤ ਕਰਦਾ ਹੈ। ਬ੍ਰਿਤ ਨ ਕਲਮਲ ਕੀ ਉਰ ਧਰੇ। ਇਹਨੇ ਆਪਣੀ ਬਿਰਤੀ ਦੇ ਵਿੱਚ ਕੋਈ ਪਾਪ ਰੱਖਿਆ ਹੀ ਨਹੀਂ, ਸੋਚਿਆ ਹੀ ਨਹੀਂ ਕਦੇ। ਇਹ ਗੱਲਾਂ ਸਤਿਗੁਰੂ ਦੀਆਂ ਰੋਜ਼ ਸੁਣਨੀਆਂ ਨੇ, ਰੋਜ਼ ਸੁਣੀ ਜਾਓ ਭਾਈ। ਪਰ ਇੱਕ ਪੰਕਤੀ ਆਪਣੇ ਪੱਲੇ ਬੰਨ੍ਹ ਲੈਣਾ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਸੱਚਾ ਸਤਿਗੁਰੂ ਕੀ ਕਰੇਗਾ ਜਦੋਂ ਕਮੀ ਉਹਦੇ ਮੰਨਣ ਵਾਲਿਆਂ ਵਿੱਚ ਹੋਵੇ, ਜਦੋਂ ਘਾਟਾ ਉਹਦੇ ਅਨੁਯਾਈਆਂ ਵਿੱਚ ਹੋਵੇ, ਉਹਦੇ ਪੈਰੋਕਾਰਾਂ ਵਿੱਚ ਆ ਜਾਵੇ। ਕਿ ਅੰਧੇ ਏਕ ਨਾ ਲਾਗਈ ਜਿਉ ਬਾਂਸ ਬਜਾਈਐ ਫੂਕ। ਉਹਨਾਂ ਅੰਧਿਆਂ ਨੂੰ ਕੋਈ ਗੱਲ ਸੁੱਝਦੀ ਨਹੀਂ, ਸਮਝ ਆਉਂਦੀ ਨਹੀਂ, ਕਿਉਂਕਿ ਉਹ ਹੋ ਗਏ ਨੇ ਬਾਂਸ ਵਰਗੇ। ਆਪ ਜੀ ਨੂੰ ਪਤਾ ਹੈ ਬਾਂਸ ਵਿੱਚੋਂ ਖਾਲੀ ਹੁੰਦਾ ਹੈ, ਇਸੇ ਕਰਕੇ ਬਾਂਸ ਦੀ ਬੰਸਰੀ ਬਣਦੀ ਹੈ ਨਾ। ਕਦੇ ਟਾਹਲੀ ਦੀ ਬੰਸਰੀ ਸੁਣੀ ਆਪ ਜੀ ਨੇ? ਕਦੇ ਆਪ ਜੀ ਨੇ ਕਿਸੇ ਹੋਰ ਲੱਕੜੀ ਦੀ ਬੰਸਰੀ ਸੁਣੀ ਹੈ? ਨਹੀਂ। ਉਹ ਲੱਕੜੀ ਵਿੱਚੋਂ ਖਾਲੀ ਹੁੰਦੀ ਨਹੀਂ। ਬਣ ਸਕਦੀ ਹੈ ਪਰ ਬੜੀ ਮਿਹਨਤ ਦੀ ਲੋੜ ਹੈ। ਪਰ ਕਾਨਿਆਂ ਦੀਆਂ ਪੀਪਣੀਆਂ ਤੇ ਅਸੀਂ ਖੁਦ ਸਕੂਲ 'ਚ ਜਦੋਂ ਪੜ੍ਹਦੇ ਸੀ ਉਦੋਂ ਬਣਾਉਂਦੇ ਸੀ, ਕਿਉਂਕਿ ਉਹ ਵੀ ਵਿੱਚੋਂ ਖਾਲੀ ਹੁੰਦਾ, ਨਹੀਂ ਤਾਂ ਵਿੱਚੋਂ ਫੋਗ ਜਿਹਾ ਹੁੰਦਾ, ਉਹਨੂੰ ਕੱਢ ਲਓ। ਤੋ ਇਸ ਕਰਕੇ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਬ੍ਰਿਤ ਨਾ ਕਲਮਲ ਕੀ ਉਰ ਧਰੇ। ਭਾਈ ਲਾਲੋ ਦੇ ਮਨ ਵਿੱਚ ਪਾਪ ਦੀ ਬਿਰਤੀ ਹੀ ਨਹੀਂ, ਤੇ ਮਾਇਆ ਦਾ ਇੱਕ ਸੁਭਾਅ ਹੈ ਕਿ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਇਹ ਪਾਪ ਤੋਂ ਬਿਨਾ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਲੱਗਿਆ ਇਹ ਕਦੇ ਕਿਸੇ ਦੇ ਨਾਲ ਨਹੀਂ ਜੇ ਜਾਂਦੀ ਭਾਈ। ਹਾਂਜੀ। कर मेहनत सो हाथ कमाई, बाहर अथित को दे न खाई। ਭਾਈ ਲਾਲੋ ਕੀ ਕਰਦਾ ਹੈ? ਸਾਰਾ ਦਿਨ ਆਪਣੇ ਹੱਥਾਂ ਦੀ ਕਮਾਈ ਵੀ ਕਰਦਾ ਹੈ, ਤੇ ਅਥਿਤੀ ਨੂੰ, ਮੁਸਾਫਰ ਨੂੰ, ਰਾਹਗੀਰ ਨੂੰ, ਘਰ ਆਏ ਨੂੰ ਇਹ ਖਵਾਉਂਦਾ ਵੀ ਹੈ। ਵੇਖੋ ਇਸ ਤੋਂ ਵੱਡਾ ਕੋਈ ਪੁੰਨ ਕਰਮ ਨਹੀਂ ਹੈ। ਸਾਨੂੰ ਜਿੱਦਣ ਧਰਮ ਦੀ ਸਮਝ ਆਈ ਉਸ ਦਿਨ ਫਿਰ ਅਸੀਂ ਆਪਣੇ ਬਜ਼ੁਰਗ ਮਾਂ ਬਾਪ ਦੇ ਬੂਹੇ ਦੀ ਕੁੰਡੀ ਬੰਦ ਕਰਕੇ ਗੁਰਦੁਆਰੇ ਵਿੱਚ ਆ ਕੇ ਲੰਗਰ ਨਹੀਂ ਪਕਾਵਾਂਗੇ, ਜੋੜੇ ਨਹੀਂ ਝਾੜਾਂਗੇ, ਅਸੀਂ ਝਾੜੂ ਨਹੀਂ ਮਾਰਾਂਗੇ,
क्योंकि जिहदे घर विच बजुर्ग बैठे ने उन्हां नूं किसी धर्म स्थान ते जाण दी लोड़ नहीं है। मैं तो बहुत बारी बेनती करदा भी ये ठीक है, मुसलमान धर्म के प्रति असी सोचते भी ठीक नहीं है, पर सच ये है मुसलमान धर्म नूं जिन्ना बादशाहां ने बदनाम किया, राजियां ने ਜਾਂ सता भोगण वाले लोगों ने, इन्ना इस्लाम माड़ा नहीं है। हुण तो मेरे मित्र मेरे भरा चढ़ाई कर गए इसे करोने दे विच। मुलाने सन मुहम्मद रफी कासमी, मैं उहदे बच्चों के विआह अटेंड किए ने, उन्हें मेरे बच्चों के विआह अटेंड किए ने। तुसीं यकीन करोगे तो चाह भी नहीं सी पीता, बीड़ी सिगरट शराब तंबाकू पान सवाल ही पैदा नहीं होता। मैं उहदे बच्चों के विआह वेखे ने, बिल्कुल सादे। हुण जिदन उहदी मौत हुई मैं उदन मैं भी गया, मैं 2 घंटे रहा उत्थे। मैं उन्होंने पूछा उहदे बच्चों नूं, वो कहण लगे मेरे 2 भरा बॉम्बे तो आने ने, इस करके शाम नूं 6 बजे असी इन्हां नूं दफनाउणा है, ते उस वेले एक नमाज पढ़नी है, बस फिनिश। ना कोई फुल चुगने ने, ना कोई उहदा चौथा करना है, ना उहदा कोई सतारिया करना है, ना असी कोई कट्ठ करना है। साडे ते बुढ़े मरण तो बाद अद्धा टब्बर नूं वैसे बरादरी मार दिंदी, भाईचारा मार दिंदा है। कहंदे इन्हां नूं तां चज नाल रोटी भी नहीं करनी आई। तुसी किसी सच्चे चंगे जे मुसलमान नूं पुछियो कि तुहाडे विच हज करदे ने, ते दसो दी निजमावली की है, मर्यादा की है। मर्यादा ये है कि जिस मुसलमान दे माँ प्यो जिउंदे ने उन्होंने हज करन दी आग्या नहीं है। वो अपना टाइम ते पैसे हज ते नहीं खर्च सकता। पहली जिम्मेवारी उहदी है कि अपने माँ बाप नूं रोटी देवे, कपड़ा देवे, सेवा करे। अज तुसीं वेख लो सिखां दे विच बिरध आश्रम आ गए ने, मुसलमानां च अजे भी नहीं आए। मैं तो रोज़ बेनती करता भी मुसलमान जदों इस्त्री नूं पत्नी के रूप में वेंदा है तो कहंदा मेरे 4 विआह कर दिओ, पर जदों वो अपनी मां नूं वेखदा है, उही इस्त्री नूं जदों मां के रूप में वेखदा है, फिर कहंदा भी जन्नत इहदे कदमां विच है। तुहानूं सब तो वध वैराग मुसलमानां च मिलेगा मां के प्रति। किन्ना रोंदे ने मुसलमान अपनी मां नूं। जिन्ना चिर घर बजुर्ग माँ बाप बैठे ने तुसी हज नहीं कर सकते। जे तुहाडे घर विच धी विआउण वाली है तुसी हज नहीं कर सकते। पहला धी विआओ, जे फिर समा बचेगा पैसे होणगे तो हज की टिकट ले लेना, नहीं तो हज करना जरूरी नहीं है। साडा धर्म यही कहता है। अगर तुसी अपनी घर गृहस्थी नूं ठीक निभा रहे हो, ये समझ लेना कि तुहाडे घर विच धर्म भी है, धर्मशाला भी है। और एक गल मैं कहां, कई लोगों का धंधा भी धर्म वर्ग है। कई लोगों का धंधा बिजनेस बिल्कुल धर्म वर्ग है, क्योंकि वो बेईमानी करते ही नहीं। तो कई लोगों का धर्म भी धंधे वर्ग है, क्योंकि धर्म नूं भी नहीं बख्शते, उहदे विच भी बेईमानी करी जाते हैं। वो भी लोग हैगे ने जिहड़े धर्म दे विच बेईमानी करते हैं, जिवें इसने मलक भागो ने की है। सतगुरु पिता जी कहन लगे, वेख मलक भागो भाई लालो की करदा, कर मेहनत सो हाथ कमाई। पहली गल, सारी दिहाड़ी लकड़ा कढ़नियाँ, तेसा चलाउणा, आरी चलाउणी, रंदा चलाउणा, यही औजार ने ना। एक तरखान दे आरी हो गई, तेसा हो गया, रंदा हो गया,
ਸਾਰੀ ਦਿਹਾੜੀ ਉਹ ਲੱਕੜ ਦਾ ਕੰਮ ਕਰਦਾ ਹੈ, ਬੜੀ ਮਿਹਨਤ ਦਾ ਕੰਮ ਹੈ। ਇਹਨਾਂ ਹੱਥਾਂ ਦੇ ਵਿੱਚ ਨਾ ਪਹਿਲਾਂ ਛਾਲੇ ਬਣਦੇ ਨੇ, ਫਿਰ ਛੋਟੀਆਂ ਛੋਟੀਆਂ ਗੱਠਾਂ ਬਣ ਜਾਂਦੀਆਂ ਨੇ। ਅਗਰ ਤੁਸੀਂ ਲੱਕੜ ਦੀ ਕੋਈ ਚੀਜ਼ ਲੈ ਕੇ ਕੰਮ ਕੀਤਾ ਹੋਵੇ, ਮੈਂ ਤਾਂ ਜ਼ਿਮੀਂਦਾਰਾ ਕੀਤਾ, ਜਦੋਂ ਕਿਸੇ ਦਿਨ ਖਾਲੇ ਨੂੰ ਖਾਲਣ ਵਾਸਤੇ ਜਾਈਦਾ ਸੀ, ਸਾਰਾ ਦਿਨ ਕਈ ਦਾ ਦਸਤਾ ਹੱਥ ਵਿੱਚ ਜਦੋਂ ਰਹਿੰਦਾ ਸੀ ਤੇ ਸ਼ਾਮ ਨੂੰ ਛਾਲੇ ਪੈ ਜਾਂਦੇ ਸੀ, ਗੋਡੀ ਕਰਨੀ। ਤੇ ਜਿਸ ਤਰਖਾਣ ਨੇ ਸਾਰਾ ਦਿਨ ਹੀ ਇਹ ਕੰਮ ਕਰਨਾ ਹੈ। ਬੌਰ ਅਥਿਤੀ ਕੋ ਦੇ ਤਾਂ ਖਾਈ। ਫਿਰ ਭਾਈ ਲਾਲੋ ਦਾ ਇੱਕ ਧਰਮ ਇਹ ਸੀਗਾ ਕਿ ਮੇਰੇ ਘਰੋਂ ਜੇ ਕੋਈ ਖਾ ਲਵੇ ਤੇ ਉਸ ਤੋਂ ਬਾਅਦ ਮੈਂ ਖਾਵਾਂ। ਇਹ ਸਾਡੇ ਧਰਮ ਦਾ ਨਿਯਮ ਸੀ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ। ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਾਉਂਦਾ। ਤੇ ਅੱਜ ਹਾਲਾਤ ਕੀ ਹੈ? ਤੁਸੀਂ ਵੱਡੇ ਤੋਂ ਵੱਡੇ ਬੰਦੇ ਵੇਖ ਲੈਣੇ ਜਿਹੜੇ ਕਹਿੰਦੇ ਜੀ ਅਸੀਂ ਲੰਗਰ ਲਾਉਨੇ ਆ। ਲੰਗਰ ਲਾਉਣ ਵਾਲੇ ਵੱਡੇ ਵੱਡੇ ਬੰਦੇ ਪਹਿਲਾਂ ਕੀ ਕਰਦੇ ਨੇ? 2-3 ਬਾਲਟੀਆਂ ਪਨੀਰ ਦੀਆਂ, 4-5 ਟੋਕਰੀਆਂ ਪ੍ਰਸ਼ਾਦੇ ਦੀਆਂ, 1-2 ਬਾਲਟੀਆਂ ਖੀਰ ਦੀਆਂ, ਉਹ ਪਹਿਲਾਂ ਅੰਦਰ ਕੋਠੇ 'ਚ ਰੱਖ ਕੇ ਨਾ ਜਿੰਦਰਾ ਮਾਰ ਲੈਣਗੇ, ਫੇਰ ਵਰਤਾਉਂਦੇ ਨੇ ਵੀ ਜੇ ਮੁੱਕ ਗਿਆ ਤੇ ਆਪ ਕਿਤੇ ਭੁੱਖੇ ਥੋੜਾ ਮਰਨਾ ਹੈ। ਸਾਡੇ ਵਿੱਚ ਸੀਗਾ ਵੰਡ ਛਕਣਾ। ਪਹਿਲਾਂ ਵੰਡੋ, ਬਚ ਗਿਆ ਤੇ ਛਕ ਲਓ। ਹੁਣ ਕੀ ਹੈ? ਛਕ ਵੰਡੋ, ਪਹਿਲਾਂ ਖਾ ਲਓ, ਜੇ ਬਚ ਜਾਏ ਤੇ ਸੁੱਟਣ ਦੀ ਕੀ ਲੋੜ ਹੈ, ਉਦੋਂ ਵੰਡ ਦਿਓ। ਮੇਰੇ ਵਰਗਾ ਨਾ ਗਰਮੀਆਂ ਦੇ ਦਿਨ ਖਰਬੂਜਾ ਧੋਣ ਲੱਗ ਗਿਆ, ਸੂਏ ਤੇ ਨਹਿਰ ਤੇ ਖਰਬੂਜਾ ਧੋਂਦਾ, ਖਰਬੂਜਾ ਹੱਥੋਂ ਛੁੱਟ ਗਿਆ। ਹੁਣ ਬੜੀ ਕੋਸ਼ਿਸ਼ ਕੀਤੀ ਉਹਨੇ ਖਰਬੂਜੇ ਨੂੰ ਕੱਢਣ ਦੀ, ਕਦੇ ਪਰਨਾ ਸੁੱਟਿਆ, ਕੱਪੜਾ ਸੁੱਟਿਆ, ਕਦੇ ਡੰਡਾ ਫੜਿਆ, ਉਹ ਨਹੀਂ ਫੜਿਆ ਗਿਆ। ਮੁੜ ਕੇ ਅਰਦਾਸ ਸ਼ੁਰੂ ਕਰ ਦਿੱਤੀ, ਕਹਿੰਦਾ ਮਹਾਰਾਜ ਇਹ ਪਿੱਤਰਾਂ ਦੇ ਨਿਮਿਤ ਹੈ, ਵੀ ਜੇ ਮੇਰੇ ਹੱਥੋਂ ਛੁੱਟ ਗਿਆ ਤੇ ਮੇਰੇ ਬਜ਼ੁਰਗਾਂ ਨੂੰ ਦੇ ਦਿਓ ਅੱਗੇ। ਸਾਡੀ ਹਾਲਤ ਇਹ ਹੈ। ਸਿੱਖੀ ਇਹ ਹੈ ਕਿ ਤੁਸੀਂ ਕਿਰਤ ਕਰੋ, ਪਹਿਲਾਂ ਕਿਸੇ ਨੂੰ ਖਵਾਓ ਤੇ ਫਿਰ ਖਾਓ। ਇਹ ਨਿਯਮ ਸੀ ਭਾਈ ਲਾਲੋ ਦਾ। ਬੌਰ ਅਥਿਤ ਕੋ ਦੇ ਤਾਂ ਖਾਈ, ਸੁਣ ਮਲਕ ਭਾਗੋ। ਭਾਈ ਲਾਲੋ ਦੇ ਭੋਜਨ ਵਿੱਚੋਂ ਦੁੱਧ ਤਾਂ ਨਿਕਲਿਆ ਕਿ ਇਹ ਪਹਿਲਾਂ ਕਿਸੇ ਨੂੰ ਖਵਾਉਂਦਾ ਹੈ ਤੇ ਫਿਰ ਖਾਂਦਾ ਹੈ। ਹਾਂਜੀ। ਇਸੇ ਅਚਵੈ ਔਰ ਨਿਰਮਲ ਹੋਵੇ, ਜਨਮ ਜਨਮ ਮਲ ਜਲ ਸਮ ਧੋਵੇ। ਭਾਈ ਲਾਲੋ ਦੇ ਘਰ ਦੇ ਇਸ ਪਵਿੱਤਰ ਭੋਜਨ ਨੂੰ ਜਿਹੜਾ ਵੀ ਖਾਵੇਗਾ ਉਹਦਾ ਮਨ ਵੀ ਪਵਿੱਤਰ ਹੋਵੇਗਾ, ਉਹਦਾ ਤਨ ਵੀ ਪਵਿੱਤਰ ਹੋਵੇਗਾ, ਉਹਦੇ ਜਨਮ ਜਨਮਾਂਤਰਾਂ ਦੇ ਪਾਪ ਵੀ ਮਿਟਣਗੇ। ਹਾਂਜੀ। ਘਰ ਤੈ ਇਕੱਠੇ ਕਲਖ ਕਮਾਈ, ਕੀਰਤ ਕਾਰਨ ਨਰਨ ਖਵਾਈ। ਸਤਿਗੁਰੂ ਕਹਿਣ ਲੱਗੇ ਤੂੰ ਕਮਾਈ ਕੀਤੀ ਪਾਪ ਕਰਕੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਪੈਸੇ ਕਮਾਉਣ ਦੇ 3 ਤਰੀਕੇ ਨੇ। ਜਿਹੜਾ ਆਖਰੀ ਤਰੀਕਾ ਹੈ ਕਿ ਜਦੋਂ ਤੁਸੀਂ ਰਿਸ਼ਵਤਖੋਰ ਹੋ ਜਾਂਦੇ ਹੋ ਤੇ ਫਿਰ ਤੁਸੀਂ ਰਿਸ਼ਵਤ ਦੇ ਲੈਣ ਦੇ ਢੰਗ ਪੈਦਾ ਕਰਦੇ। ਮੈਂ ਕੱਲ ਛੋਟੀ ਜਿਹੀ ਉਦਾਹਰਨ ਦਿੱਤੀ ਕਿ ਟ੍ਰੈਫਿਕ ਦੇ ਵਿੱਚ ਅਗਰ ਇਮਾਨਦਾਰ ਅਫਸਰ ਹੋਏਗਾ ਤੇ ਰੈੱਡ ਲਾਈਟ ਦੇ ਸਾਹਮਣੇ ਖਲੋ ਜਾਏਗਾ ਤੇ ਟ੍ਰੈਫਿਕ ਵਾਲੇ ਨੂੰ ਵੇਖ ਕੇ ਕੋਈ ਬੰਦਾ ਰੈੱਡ ਲਾਈਟ ਜੰਪ ਨਹੀਂ ਕਰੇਗਾ। ਪਰ ਜਿਹੜਾ ਹੋਏਗਾ ਬੇਈਮਾਨ, ਉਹ ਰੈੱਡ ਲਾਈਟ ਤੋਂ ਅੱਗੇ ਜਾ ਕੇ ਕਿਸੇ ਰੁੱਖ ਦੇ ਓਹਲੇ ਖਲੋਵੇਗਾ। ਉਹ ਚਾਹੇਗਾ ਕਿ ਤੁਸੀਂ ਪਹਿਲਾਂ ਲਾਲ ਬੱਤੀ ਜੰਪ ਕਰੋ, ਫਿਰ ਉਹ ਤੁਹਾਨੂੰ ਫੜੇ ਤੇ ਫਿਰ ਤੁਸੀਂ ਉਹਦੇ ਨਾਲ ਨੈਗੋਸ਼ੀਏਸ਼ਨ ਕਰੋ ਵੀ ਚੱਲ ਭਾਈ ਅੱਧੋ ਅੱਧ ਕਰ ਲੈਂਦੇ ਆ। ਇਮਾਨਦਾਰ ਨੂੰ ਕੀ ਲੋੜ ਹੈ? ਉਹ ਤੇ ਸਗੋਂ ਲਾਲ ਬੱਤੀ ਤੇ ਆਪ ਖੜਾ ਹੋ ਜਾਏਗਾ, ਉਹਦੇ ਹੁੰਦਿਆਂ ਕੋਈ ਕਾਨੂੰਨ ਤੋੜ ਹੀ ਨਹੀਂ ਸਕਦਾ। ਪਰ ਰਿਸ਼ਵਤਖੋਰ ਆਦਮੀ ਕਹੇਗਾ ਵੀ ਕਾਨੂੰਨ ਤੋੜੋ, ਕਿਉਂਕਿ ਤੁਸੀਂ ਗਲਤੀ ਕਰੋਗੇ ਤੇ ਰਿਸ਼ਵਤ ਦਿਓਗੇ ਨਾ। ਇਮਾਨਦਾਰ ਆਦਮੀ ਕਿਸੇ ਨੂੰ ਕਿਉਂ ਰਿਸ਼ਵਤ ਦੇਵੇਗਾ ਭਾਈ? ਉਹ ਤੁਹਾਡੇ ਕੋਲੋਂ ਕਾਨੂੰਨ ਤੜਵਾਏਗਾ, ਉਹ ਪਹਿਲਾਂ ਤੁਹਾਡੇ ਕੋਲੋਂ ਗਲਤੀ ਕਰਾਵੇਗਾ, ਪਹਿਲਾਂ ਤੁਹਾਨੂੰ ਉਲਝਾਵੇਗਾ, ਪਹਿਲਾਂ ਤੁਹਾਨੂੰ ਫਸਾਵੇਗਾ, ਫਿਰ ਤੁਹਾਡੇ ਵਿੱਚੋਂ ਪੈਸੇ ਕੱਢੇਗਾ। ਤੋ ਇਸ ਕਥਾ ਦੇ ਵਿੱਚ ਆਉਂਦਾ, ਸਤਿਗੁਰੂ ਕਹਿਣ ਲੱਗੇ ਮਲਕ ਭਾਗੋ
ਕਰ ਤੈਂ ਇਕੱਠੀ ਕਲਖ ਕਮਾਈ, ਤੂੰ ਪਹਿਲਾਂ ਪਾਪ ਦੀ ਕਮਾਈ ਇਕੱਠੀ ਕੀਤੀ, ਮਤਲਬ ਉਦੋਂ ਪਾਪ ਕੀਤਾ ਜਦੋਂ ਇਕੱਠੀ ਕੀਤੀ। ਕੀਰਤ ਕਾਰਨ ਨਰਨ ਖਵਾਈ, ਅੱਜ ਵੀ ਜੇ ਤੂੰ ਖਵਾਈ ਤੇ ਇਸ ਕਰਕੇ ਨਹੀਂ ਖਵਾਈ। ਅਗਰ ਲੋਕਾਂ ਨੂੰ ਰੋਟੀ ਖਵਾਈ ਹੈ ਤੇ ਇਸ ਕਰਕੇ ਥੋੜਾ ਖਵਾਈ ਹੈ ਵੀ ਅੱਜ ਐਮਨਾਬਾਦ ਵਿੱਚ ਲੋਕ ਭੁੱਖੇ ਨਾ ਰਹਿਣ। ਇਹ ਦੋ ਗੱਲਾਂ ਦਾ ਧਿਆਨ ਰੱਖਣਾ। ਕਦੇ ਵੀ 10 ਰੁਪਏ ਲੈ ਕੇ ਹੱਟੀ ਤੇ ਜਾਓ, ਤੁਹਾਨੂੰ ਦੋ ਚੀਜ਼ਾਂ ਕਦੇ ਨਹੀਂ ਜੇ ਮਿਲਣਗੀਆਂ ਕਿ 10 ਰੁਪਏ ਦੇ ਕੇ ਦੁਕਾਨਦਾਰ ਨੂੰ ਕਿਉਂ ਵੀ ਖੰਡ ਦੇ ਦੇ, ਉਹ ਖੰਡ ਦੇ ਦੇਗਾ ਤੁਹਾਨੂੰ। 40 ਰੁਪਏ ਰੇਟ ਹੋਇਆ ਤੇ ਦੇ ਦੇਗਾ ਪਾਈਆ ਖੰਡ, 50 ਹੋਏਗਾ ਤੇ 200 ਗ੍ਰਾਮ ਦੇ ਦੇਗਾ। ਤੇ ਖੰਡ ਲੈ ਕੇ ਤੁਸੀਂ ਕਹੋ ਕਿ ਡੋਨੇਸ਼ਨ ਦੀ ਪਰਚੀ ਵੀ ਦੇ ਦੇ। ਹੁਣ ਦੁਕਾਨਦਾਰ ਨੂੰ ਕਹੋ ਵੀ ਇਹ ਮੈਨੂੰ ਰਸੀਦ ਕੱਟ ਦੇ ਕਿ ਮੈਂ 10 ਰੁਪਏ ਦਾਨ ਕੀਤੇ ਨੇ, ਤੇ ਦੁਕਾਨਦਾਰ ਕਹੇਗਾ ਵੀ ਖੰਡ ਵਾਪਸ ਕਰ ਦੇ। ਫਿਰ ਸਾਡੀ ਹਾਲਤ ਇਹ ਹੈ ਕਿ ਅਸੀਂ ਇੱਕ ਕੰਮ 'ਚੋਂ ਦੋ ਚੀਜ਼ਾਂ ਲੱਭਣੀਆਂ ਚਾਹੁੰਦੇ ਹਾਂ। ਸਤਿਗੁਰੂ ਕਹਿਣ ਲੱਗੇ, ਵੇਖ ਮਲਕ ਭਾਗੋ, ਅੱਜ ਵੀ ਤੂੰ ਆਪਣੀ ਪਾਪ ਦੀ ਕਮਾਈ ਵਿੱਚੋਂ ਰੋਟੀ ਕੀਤੀ ਹੈ, ਪਰ ਰੋਟੀ ਗਰੀਬਾਂ ਲਈ ਨਹੀਂ ਕੀਤੀ। ਤੂੰ ਰੋਟੀ ਕੀਤੀ ਹੈ ਕੀਰਤ ਕਾਰਨ ਨਰਨ ਖਵਾਈ। ਤੂੰ ਅੱਜ ਵੀ ਚਾਹੁੰਦਾ ਹੈ ਲੋਕ ਤੇਰਾ ਜਸ ਗਾਉਣ, ਲੋਕ ਤੇਰੀ ਵਡਿਆਈ ਕਰਨ, ਲੋਕ ਤੇਰੀ ਮਹਿਮਾ ਕਰਨ। ਇਹ ਤੇ ਤੂੰ ਆਪਣੀ ਪਬਲਿਸਿਟੀ ਵਾਸਤੇ ਕੀਤਾ, ਆਪਣੀ ਵਾਵਾ ਵਾਸਤੇ ਕੀਤਾ। ਹਾਂਜੀ। ਪਾਪ ਛਪਾਵਤ ਨਿਜ ਮਨ ਮਾਹੀ, ਨਹਨ ਸੁਨਾਏ ਦਿਖਾਵੇ ਕਾਹੀ। ਤੂੰ ਪਾਪ ਆਪਣੇ ਮਨ ਵਿੱਚ ਛੁਪਾਇਆ, ਨਾ ਕਿਸੇ ਨੂੰ ਸੁਣਾਇਆ, ਨਾ ਕਿਸੇ ਨੂੰ ਦੱਸਿਆ। ਅੰਦਰ ਪਾਪ ਛੁਪਾ ਕੇ ਤੂੰ ਬ੍ਰਹਮ ਭੋਜ ਕੀਤਾ। ਹਾਂਜੀ। ਕਿੱਕਰ ਬੀਜ ਜਿਉ ਧਰਤ ਮੰਝਾਰੀ, ਉਗ ਲਗ ਕੰਟਕ ਦੇ ਦੁਖ ਭਾਰੀ। ਪਰ ਕੀ ਪਤਾ ਤੈਨੂੰ, ਜਿਹੜੇ ਕਿੱਕਰ ਦੇ ਬੀਜ ਹੁੰਦੇ ਨੇ, ਜਦੋਂ ਉਹ ਧਰਤੀ ਵਿੱਚ ਦੱਬ ਦਿੱਤੇ ਜਾਣ ਤੇ ਉਹਨਾਂ ਦੇ ਵਿੱਚੋਂ ਫਿਰ ਕਿੱਕਰਾਂ ਉਗਦੀਆਂ ਨੇ। ਤੇ ਉਗਦੀਆਂ ਸੂਲਾਂ ਦੇ ਹੁੰਦੇ ਮੂੰਹ ਤਿੱਖੇ। ਪਤਾ ਨਹੀਂ ਤੁਸੀਂ ਕਿੱਕਰਾਂ ਵੇਖੀਆਂ ਨਹੀਂ ਵੇਖੀਆਂ, ਪਰ ਇਹ ਸੱਚ ਹੈ। ਛੋਟੀ ਜਿਹੀ ਵੀ ਕਿੱਕਰ ਨੂੰ ਕੰਡੇ ਲੱਗੇ ਹੁੰਦੇ। ਕਈ ਵਾਰੀ ਹੁੰਦਾ ਨਾ ਵੀ ਦਰਖਤ ਵੱਡਾ ਹੋਏਗਾ, ਫਿਰ ਉਹਨੂੰ ਫੁੱਲ ਲੱਗਣਗੇ, ਫਲ ਲੱਗਣਗੇ। ਕਿੱਕਰ ਇੱਕ ਐਸਾ ਪੌਦਾ ਹੈ, ਛੋਟੀ ਜਿਹੀ ਕਿੱਕਰ ਨੂੰ ਵੀ ਕੰਡੇ ਲੱਗੇ ਹੁੰਦੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਲਕ ਭਾਗੋ, ਤੂੰ ਕਿੱਕਰਾਂ ਦੇ ਬੀਜ ਬੀਜੇ ਨੇ, ਪਰ ਤੈਨੂੰ ਇਹ ਪਤਾ ਨਹੀਂ ਕਿ ਹੁਣ ਇਹਦੇ ਵਿੱਚੋਂ ਕੀ ਹੋਏਗਾ। ਉਗ ਲਗ ਕੰਟਕ ਦੇ ਦੁੱਖ ਭਾਰੀ। ਹੁਣ ਇਹਦੇ ਵਿੱਚੋਂ ਕਿੱਕਰਾਂ ਉਗਣਗੀਆਂ, ਸੂਲਾਂ ਉਗਣਗੀਆਂ, ਉਹ ਸਾਰੀਆਂ ਸੂਲਾਂ ਤੈਨੂੰ ਹੀ ਦੁੱਖ ਦੇਣਗੀਆਂ। ਹਾਂਜੀ। ਇਹ ਜੋ ਪੁਨ ਕਰ ਸਭਨ ਦਿਖਾਵਾ, ਸੁਜਸ ਪਾਏ ਹਿਰਦੇ ਗਰਬਾਵਾ। ਇਹ ਜਿਹੜਾ ਤੂੰ ਪੁੰਨ ਦਾ ਦਿਖਾਵਾ ਕੀਤਾ ਪੁੰਨ ਹੈ, ਪਰ ਪੁੰਨ ਇਸ ਕਰਕੇ ਨਹੀਂ ਕੀਤਾ ਵੀ ਚਲੋ ਅੱਜ ਗਰੀਬਾਂ ਨੂੰ ਰੋਟੀ ਖਵਾ ਦਈਏ। ਅੱਜ ਪੁੰਨ ਦਾ ਦਿਖਾਵਾ ਕੀਤਾ, ਇਹਦੇ ਵਿੱਚੋਂ ਤੂੰ ਆਪਣਾ ਹੰਕਾਰ ਕੱਢਿਆ। ਸੁਜਸ ਵੀ ਲੋਕ ਕਹਿਣ ਵੀ ਕਮਾਲ ਹੈ ਜੀ, ਮਲਕ ਭਾਗੋ ਦੀ ਤਾਂ ਜੀ ਕਮਾਲ ਹੈ ਜੀ, ਕਿਆ ਕਮਾਲ ਦੇ ਪੂੜੇ ਬਣਾਏ ਨੇ ਜੀ, ਪੂੜੀਆਂ ਬਣਾਈਆਂ ਨੇ ਜੀ, ਹਲਵਾ ਬਣਾਇਆ ਜੀ। ਸਤਿਗੁਰੂ ਕਹਿੰਦੇ ਸਗੋਂ ਹੰਕਾਰ ਬਣ ਗਿਆ। ਪਾਪ ਤੇਰੇ ਕੋਲ ਪਹਿਲਾਂ ਹੀ ਸੀ, ਹੁਣ ਨਾਲ ਤੂੰ ਹੰਕਾਰੀ ਵੀ ਹੋ ਗਿਆ। ਕਈ ਲੋਕ ਪਾਪੀ ਹੁੰਦੇ ਨੇ ਪਰ ਹੰਕਾਰੀ ਨਹੀਂ ਹੁੰਦੇ। ਹੁਣ ਜਿੱਥੇ ਪਾਪ ਤੇ ਹੰਕਾਰ, ਇਹ ਲੱਭ ਪਾਪ ਦੋਏ ਰਾਜਾ ਮਹਿਤਾ। ਹੁਣ ਦੱਸੋ ਉੱਥੇ ਕੀ ਬਚੇਗਾ। ਇੱਕ ਰਾਜਾ ਬਣ ਗਿਆ, ਇੱਕ ਮੰਤਰੀ ਬਣ ਗਿਆ। ਲਾਲਚ ਤੇ ਪਾਪ, ਇਹ ਦੋ ਬੰਦਿਆਂ ਨੇ ਜੇ ਸਰਕਾਰ ਬਣਾ ਲਈ ਤੇ ਤੁਸੀਂ ਸੋਚ ਸਕਦੇ ਹੋ ਪ੍ਰਜਾ ਦੇ ਪੱਲੇ ਕੀ ਬਚੇਗਾ। ਕਦੇ ਇੱਦਾਂ ਗੁਰਬਾਣੀ ਪੜ੍ਹੀ ਤੁਸੀਂ? ਨਾ। ਆਪਾਂ ਗੁਰਬਾਣੀ ਕਿੱਦਾਂ ਪੜ੍ਹਦੇ ਆ ਵੀ ਬਾਬਾ ਜੀ 2 ਸੇਬ ਦੇ ਦਿਓ, 2 ਕਾਕੇ ਹੋ ਜਾਣ, ਲਾਚੀਆਂ ਦੇ ਦਿਓ, ਬਿਮਾਰੀ ਠੀਕ ਹੋ ਜਾਏ, ਸਵਾਦੀ ਪੁੜੀ ਦੇ ਦਿਓ, ਕੰਮ ਚੱਲ ਪਵੇ। ਇਹ ਧਰਮ ਨਹੀਂ ਹੈ, ਇਹ ਤਾਂਤਰਿਕਤਾ ਹੈ। ਕਰੋ ਜਿੰਨੀ ਮਰਜ਼ੀ ਕਰੀ ਜੋ, ਕੀ ਫਰਕ ਪੈਂਦਾ, ਕੌਣ ਰੋਕਦਾ।
ये तांत्रिक विद्या है, ये धर्म नहीं है। धर्म है पाठ करना, चंगे काम करने, किसी का भला करना, किसी का बुरा नहीं करना, किसी की खुशी विच खुश होना, किसी के दुख विच दुखी होना। जदों तुसी किसी के दुख तो खुश होने हो, समझ लेना तुहाडा पाठ तुहाडे कोल नहीं हैगा। तुहानूं दुख दुखी का दुख महसूस होना चाहिए और सुख वाले दी तुहानूं खुशी महसूस होनी चाहिए है। और ये निशानी है, कदे तुसी परखना होवे ना कि तुहाडा दोस्त कौन है, तुहाडा दुश्मन कौन है, किसी बंदे नूं भेज देना, अपने किसी थर्ड परसन बंदे नूं उहदे कोल घल्लना, उन्होंने कहना भी जा मेरी माड़ी खबर दे के आ, फिर वो हाव भाव पढ़ी, फिर वो कमेंट्स सुनी की ने। चलो हुण इहदी भी लोड़ नहीं, जिहड़ी नवीं तकनीक उहदे च भी लोड़ नहीं। तुसी बंदे नूं फोन मिला लो, मिला लिया, उहदे नाल गल कर लई, हुण उहनूं कहो भी ठीक है, चंगा जी, ओके जी, बाय जी, हो गया, फोन ना कटिओ, उन्होंने काना ला के रखियो, फिर वेखियो भी वो कमेंट्स की पास करता है। वो कुछ ना कुछ तुहाडे प्रति जरूर बोलेगा, वो जरूर अपने जिहड़ी वो रिपोर्ट हुंदी है ना, वो देगा ही देगा। जिवें अजकल तुसी ईमेल करते हो, तुसी SMS करते हो, ਉਹਦੀ एक्नॉलेजमेंट नाल दी नाल ही तुहाडे कोल आ जाती है भी ये चीज़ डिलीवर होई कि नहीं होई, किन्ने बजे होई, की होई, उस वेले पता लग जाता। तुसी अपनी गल खत्म करके फोन ना कटिओ, तुहानूं समझ आ जाएगी कि वो बंदे दे तुहाडे प्रति विचार की ने। सतगुरु गुरु नानक साहब महाराज कहन लगे, मलक भागो तू कीता की है, तैनूं पता है? ये जो पुन कर सबन दिखावा, सो जस पाए हिरदे गर्भावा। हुण तेरा उल्टा हंकार वध गया, पाप तू पहला कीते, माया इकट्ठी कीती, फिर तू अपने वालों पुन कर्म कीता, वो विखावे लई कीता। जदों लोकां ने तेरे गुण गाए, उहदे नाल तेरा हंकार वध गया। हाँ जी। तरत बहर ज्यों बीज रसाला, उगै न क्यों फल देह विसाला। पर यह चेता रखी, कुदरत दी भी एक निजमावली है। सुजस होया तेरा बाहर, जिहड़ा बाहर दा जस है वो उगेगा ही नहीं, पर जिहड़ा तू पाप कीता है वो तेरे अंदर है, वो तू किसी नूं दसिया नहीं। तू पाप कीता, तू नहीं दसिया, फिर तू ब्रह्म भोज किया, तू तां भी नहीं दसिया भी मैं क्यों कर रहा, तू तो अपनी बल्ले बल्ले लिए कर रहा सी। वो जिहड़ी चीज़ अंदर सी वो उगेगी, जिहड़ी चीज़ बाहर उगदी नहीं। वेखो किड्डी सोहनी उदाहरण इत्थे कवि भाई संतोख सिंह जी ने लिखी है कि उगे ना क्यों फल दें विसाला। जिहड़ी चीज़ तुसी धरती दे उत्ते रख दिओगे, अंब की गिटक रख दिओ, जामन की गिटक रख दिओ, कोई दुनिया का बीज रख दिओ, उगेगा ही नहीं। पर जिहदे उत्ते थोड़ी जी भी मिट्टी पा दोगे वो उग पवेगा, क्योंकि उगाउणा ये धरती का बिरद है, धरती का सुभाव है। हाँ जी। होए जो छपायो उगवै सो, यही रीत जाने सब सो। जो तुसी छपा दोगे मिट्टी विच वो उग पवेगा, यही कुदरत का नियम है, यही प्रकृति की रीत है, मर्यादा है। हाँ जी। तुझको द्वै दोनों विपरीता, तब जानो जब दे जम पीता। सतगुरु कहन लगे तेरे च दोवें ही गल्लां उल्ट ने। जिहड़ी गल छपाउणी चाहिदी सी वो तू लुकाई हुई है, वो तू प्रगट की हुई है। जिहड़ी छपाउणी चाहिदी सी, जिहड़ी लुकाउणी चाहिदी सी वो तू प्रगट कर देती है। अपनी इज्जत नूं छपाउणा चाहिए, अपनी वाहवा नूं छपाउणा चाहिए। मंदा जाने आप को अवर भला संसार, हम नहीं चंगे बुरा नहीं कोई, प्रणवत नानक तारै सोए।
ਪਰ ਸਾਡਾ ਸੁਭਾਅ ਕੀ ਹੈ, ਅਸੀਂ ਸਾਰਿਆਂ ਨੂੰ ਮਾੜਾ ਕਹਿੰਦੇ ਆ, ਸਭ ਦੀ ਮੰਜੀ ਤੇ ਸੋਟੀ ਮਾਰਦੇ, ਆਪਣੀ ਪੀੜ੍ਹੀ ਥੱਲੇ ਸੋਟੀ ਕਦੇ ਵੀ ਨਹੀਂ ਮਾਰਦੇ। ਲੋਕਾਂ ਦੇ ਨੁਕਸ ਹੀ ਕੱਢਦੇ ਆ ਨਾ। ਇਸੇ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਸੀ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਦੂਜਿਆਂ ਦੇ ਪ੍ਰਤੀ ਲਿਖਦਾ ਹੈ, ਕਦੇ ਆਪਣੀ ਜ਼ਿੰਦਗੀ ਦੀ ਕਿਤਾਬ ਪੜ੍ਹ ਕੇ ਵੇਖੀ ਹੈ? ਹਾਂਜੀ। ਮਹਿਮਾ ਪਾਵਕ ਸਿਰ ਨਿਰਖ, ਨਿਜ ਮਨ ਕਰ ਲਗੁਦਾਰ। ਇਹ ਜਿਹੜੀ ਮਹਿਮਾ ਸੀ ਇਹ ਬਣ ਗਈ ਮਲਕ ਭਾਗੋ ਅੱਗ ਵਰਗੀ, ਤੇ ਨਿਜ ਮਨ ਕਰ ਲਗੁਦਾਰ, ਤੇ ਤੇਰਾ ਮਨ ਬਣ ਗਿਆ ਛੋਟੀਆਂ ਛੋਟੀਆਂ ਲੱਕੜੀਆਂ। ਹਾਂਜੀ। ਜੜ ਬਾਰ ਕੇ ਜੜ ਭਸਮ ਪਾ, ਸਮਝਤ ਨਹੀਂ ਗਵਾਰ। ਹੁਣ ਇਹਦੇ ਨਾਲ ਕੀ ਹੋਇਆ, ਸੜ ਬਲ ਕੇ ਸੁਆਹ ਹੋ ਗਿਆ। ਹੁਣ ਇਹਨੂੰ ਗੱਲ ਸਮਝ ਹੀ ਨਹੀਂ ਆ ਰਹੀ। ਅਗਰ ਕਿਸਮਤ ਮਾੜੀ ਹੋਵੇ ਨਾ ਤੇ ਚੰਗੀ ਗੱਲ ਸਮਝ ਨਹੀਂ ਆਉਂਦੀ। ਜੇ ਕਿਸਮਤ ਚੰਗੀ ਹੋਵੇ ਤੇ ਗੱਲ ਝੱਟ ਤੁਹਾਡੀ ਪਕੜ ਵਿੱਚ ਆ ਜਾਏਗੀ। ਅਸੀਂ ਬੜੇ ਸਾਰੇ ਲੋਕਾਂ ਨੂੰ ਕਿਹਾ, ਬੜੇ ਸਾਰੇ ਲੋਕਾਂ ਨੂੰ ਇਹ ਗੱਲ ਅਸੀਂ ਕਹੀ ਹੈ ਕਿ ਭਰਾ ਜੀ ਤੁਸੀਂ ਮੈਨੂੰ ਰੋਕਿਆ, ਮੈਂ ਨਹੀਂ ਰੋਕਿਆ। ਨਹੀਂ ਭਾਜੀ ਤੁਸੀਂ ਮੈਨੂੰ ਨਾ ਥੋੜਾ ਜਿਹਾ ਰੋਕਿਆ ਸੀ, ਜੇ ਤੁਸੀਂ ਮੈਨੂੰ ਜ਼ੋਰ ਪਾ ਕੇ ਰੋਕਦੇ ਤੇ ਮੈਂ ਰੋਕੀ ਜਾਣਾ ਸੀ। ਮਤਲਬ ਫਿਰ ਵੀ ਕਸੂਰ ਉਹਦਾ ਹੀ ਹੈ। ਉਹਨੇ ਪਹਿਲਾਂ ਕਿਹਾ ਵੀ ਇਹ ਕੰਮ ਨਾ ਕਰੀ, ਅਸੀਂ ਫਿਰ ਵੀ ਕੀਤਾ, ਫਿਰ ਗਲਤ ਹੋ ਗਿਆ। ਫਿਰ ਅਸੀਂ ਮੰਨ ਲਿਆ ਵੀ ਇਹਨੇ ਮੈਨੂੰ ਕਿਹਾ ਸੀ ਨਾ ਕਰੀ, ਮੈਂ ਕੀਤਾ। ਅਸੀਂ ਫਿਰ ਉਹਦਾ ਕਸੂਰ ਕੱਢਣ ਗਏ, ਥੈਂਕ ਯੂ ਕਰਨ ਨਹੀਂ ਗਏ ਕਿ ਤੁਸੀਂ ਰੋਕਿਆ ਸੀ ਪਰ ਮੈਂ ਗਲਤੀ ਕੀਤੀ, ਮੇਰਾ ਕਸੂਰ ਹੈ ਨਾ। ਫਿਰ ਕਹਿਣਾ ਨਾ ਨਾ ਤੂੰ ਚੱਜ ਨਾਲ ਰੋਕਣਾ ਚਾਹੀਦਾ ਸੀ। ਫਿਰ ਵੀ ਕਸੂਰ ਉਹਦਾ ਹੈ। ਮਤਲਬ ਇਹ ਸੀ ਵੀ ਤੂੰ ਮੇਰੀ ਗੱਡੀ ਦੇ ਅੱਗੇ ਗੱਡੀ ਕਿਉਂ ਨਹੀਂ ਖੜੀ ਕਰਦੀ, ਵੀ ਤੂੰ ਮੇਰੀ ਬਾਂਹ ਕਿਉਂ ਨਹੀਂ ਮਰੋੜੀ ਉਸੇ ਵੇਲੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਦੇ ਇੰਨੇ ਭਾਗ ਮਾੜੇ ਨੇ ਮਲਕ ਭਾਗੋ ਦੇ ਕਿ ਸਤਿਗੁਰੂ ਦੇ ਬਚਨ ਸੁਣ ਕੇ ਇਹ ਸੁਧਰਿਆ ਨਹੀਂ, ਉਲਟਾ ਸੜ ਗਿਆ, ਗੁੱਸਾ ਖਾ ਗਿਆ ਕਿ ਇਹ ਕੌਣ ਹੁੰਦਾ ਹੈ? ਮੇਰੇ ਪਾਪਾ ਨੂੰ ਪ੍ਰਗਟ ਕਰਨ ਵਾਲਾ, ਮੇਰੇ ਅੰਦਰ ਦੇ ਸੱਚ ਨੂੰ ਲੋਕਾਂ ਨੂੰ ਵਿਖਾਉਣ ਵਾਲਾ। ਹਾਂਜੀ। ਬਹੁਰੋ ਬਚਨ ਕ੍ਰਿਤ ਕੇ ਪਰਸੇ, ਪਾਵਕ ਭਇਓ ਜਾਹੇ ਤੇ ਤਸਰਸੇ। ਤੇ ਗੁਰੂ ਦੇ ਬਚਨਾਂ ਨੇ ਫਿਰ ਕੀਤਾ ਘਿਓ ਵਾਲਾ ਕੰਮ, ਤੇ ਫਿਰ ਕੀ ਸੀ, ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਹਾਂਜੀ। ਪੁਰ ਮੈਂ ਰਿਸ ਅਤ ਕਛ ਨਾ ਬਸਾਈ, ਲੱਜਤ ਹੋ ਕਰ ਗਰੀਬ ਨਿਵਾਈ। ਜੇ ਭਾਗ ਚੰਗੇ ਹੁੰਦੇ ਉਸੇ ਵੇਲੇ ਪੈਰਾਂ ਤੇ ਟਹਿ ਪੈਂਦਾ ਕਿ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਬੜੀ ਕਿਰਪਾ ਕੀਤੀ। ਅੱਜ ਤੁਹਾਡੇ ਆਉਣ ਨਾਲ ਮੇਰੇ ਪਾਪ ਧੋਤੇ ਗਏ, ਅੱਜ ਤੋਂ ਬਾਅਦ ਮੇਰਾ ਜੀਵਨ ਬਦਲ ਜਾਏਗਾ। ਹੋਣਾ ਪਤਾ ਕੀ ਸੀ ਗਿਆ, ਵਡਿਆਈ ਗੁਰੂ ਨਾਨਕ ਸਾਹਿਬ ਦੀ ਘੱਟ ਹੋਣੀ ਸੀ। ਉੱਥੇ ਵੀ ਲੋਕਾਂ ਨੇ ਮਲਕ ਭਾਗੋ ਨੂੰ ਚੁੱਕ ਲੈਣਾ ਸੀ ਵੀ ਕਮਾਲ ਦਾ ਬਈ ਦੀਵਾਨ ਹੈ ਬਈ। ਵੇਖੋ ਅੱਜ ਉਹਨੇ ਜੀ ਪਾਪ ਛੱਡ, ਵੇਖੋ ਮੈਂ ਇੱਕ ਬੇਨਤੀ ਕਰਾਂ, ਸ਼ਰਾਬੀ ਸ਼ਰਾਬ ਛੱਡ ਦੇਵੇ ਨਾ, ਇਹ ਠੀਕ ਹੈ ਵੀ ਦੋ ਚਾਰ ਬੰਦੇ ਮੇਰੇ ਵਰਗੇ ਉਹ ਨਹੀਂ ਮੰਨਣਗੇ, ਉਹ ਤੇ ਕਹਿਣਗੇ ਕਿ 100 ਚੂਹਾ ਖਾ ਕੇ ਬਿੱਲੀ ਹੱਜ ਕਰਨ ਚੱਲੀ ਹੈ, ਪਰ 100 ਚੋਂ 95 ਬੰਦੇ ਕਹਿਣਗੇ ਬਈ ਬੰਦੇ ਨੇ ਵੀ ਕਮਾਲ ਹੈ ਵੀ ਇੰਨੀ ਸ਼ਰਾਬ ਪੀਂਦਾ ਸੀ ਹੁਣ ਬਿਲਕੁਲ ਛੱਡ ਦਿੱਤੀ ਹੈ, ਹੁਣ ਤਾਂ ਜੀ ਉਹ ਹੱਥ ਵੀ ਨਹੀਂ ਲਾਉਂਦਾ। ਕਈ ਮੇਰੇ ਵਰਗੇ ਉਹਦੇ ਪ੍ਰਚਾਰਕ ਬਣ ਜਾਣਗੇ। ਜੇ ਕਿਤੇ ਮਲਕ ਭਾਗੋ ਆਪਣੇ ਪਾਪ ਛੱਡ ਦਿੰਦਾ ਤੇ ਅੱਜ ਦੇ ਦਿਨ ਉਹਦੀ ਬੱਲੇ ਬੱਲੇ ਹੋਣੀ ਸੀ, ਪਰ ਹੋਇਆ ਉਲਟ। ਉਹ ਤਾਂ ਮਨ ਵਿੱਚ ਕ੍ਰੋਧ ਕਰ ਗਿਆ, ਗੁੱਸਾ ਕਰ ਗਿਆ। ਇਹ ਵੀ ਇੱਕ ਸੁਭਾਅ ਹੈ ਕਿ ਜੇ ਕੋ ਬੋਲੇ ਸੱਚ
करो कृपा। जे को बोले सच कूड़ा जल जावई। झूठे बंदे नूं सती कपड़ी अग लगदी है। साईं बुल्ले शाह, सच बोलां ते भांबड़ मचदा ए। सच बोलां ते भांबड़ मचदा ए, चुप रहां ते कुछ नहीं बचदा है। साईं बुल्ले शाह कहता भी जे मैं नहीं बोलदा तो बचदा कुछ नहीं है, पर जे मैं बोलदा तो कहते अग लगदी। हुण दसो की करिए, किहड़े राह जाइए। मलक भागो दे भाग ही माड़े सी। इन्ना कुछ होने के बावजूद गुरु के चरणों ते टट्ठा नहीं, टह पैंदा तो फिर खट जाता। क्योंकि सतगुरु की बाणी का फैसला है, निवें सो गौरा हो। जिहड़ा निम गया वो तो भारा हो गया भाई, वो तो वड्डा हो गया। हाँ जी। बोल न आव बिकुल सा पयो, ज्यों किरपन का धन कित गयो। ये ऐसा व्याकुल होया, भावी ने होनी ने ऐसा घुमाया कि इनू कोई जवाब नहीं आया। इनू समझ नहीं आई मैं करा की। हालत यदी ये है कि जिवें कोई गरीब होवे ते उहदा धन गवाच जाए। तुसीं हैरान होवोगे भी गरीब दे कोल किहड़ा धन हुंदा है। गरीब कोल किहड़ा धन हुंदा है। पर गरीब दा धन गवाच जाए, तुसीं सोच सकदे उहदे घर की होएगा। पता नहीं उन्हें मुश्किल नाल 5 रुपये कमाए होणगे, ते जे उहदे 5 भी गवाच जाण, उहदी तां दुनिया लुट गई। अमीर आदमी है, उहदा 50 लाख भी गवाच जाए तो कुछ नहीं होंदा, क्योंकि उहदे कोल ते करोड़ां रुपये ने। देखो उदाहरण नूं समझण दी लोड़ है। असीं सोचांगे भी धनाड़ दे कोल धन हुंदा, उहदा गवाच गया, धनाड़ दा धन गवाच जे कोई फर्क नहीं पैंदा। अरबां खरबां चों 2-4 लाख गवाच गया, की फर्क पैंदा है। पर गरीब ने तो सारा दिन मेहनत करके 5 रुपये कमाए, तो जो 5 भी गवाच गए, उसकी तो दुनिया लुट गई। अज मलक भागो की हालत यह है कि जिवें किसी गरीब आदमी का धन गवाच जाए तो उहदे कोल बाकी कुछ नहीं बचता। हाँ जी। किदों जूप महदर बहिरायो, चोर जार ज्यों बोल न आयो। जां दूसरी हालत कहंदे भी मानो कोई जुआरिया जुए विच हार जाए। तुसीं सोच सकदे हो उहदी हालत की है। घाटा ते नफा ये जिंदगी दे हिस्से ने, पर जिहड़ा जुआरीए नूं घाटा पैंदा है, क्योंकि पता तुहानूं जुआरीए दे विच आखिरी दा किहड़ा हुंदा है। आखिरी दा हुंदा भी वो कहंदा जी हुण ते मेरे कोल कुछ नहीं हैगा, तो सामने वाला कहता भी ये घड़ी हैगी ही ला दे। देखो महाभारत नूं समझण दी लोड़ है। महाभारत केवल एक युद्ध नहीं है, महाभारत एक बहुत वड्डा ज्ञान है। एडे एडे महारथी युधिष्ठिर वर्गे, भीम वर्गे, अर्जन वर्गे, ते मूर्खता किड्डी कि जनानी हार गए। क्यों हार गए? इस करके नहीं हारे कि उन्होंने कोल ताकत नहीं सी, इस करके हारे कि खेड माड़ी खेड बैठे। अपनी जिंदगी च गल पल्ले बन लो कि जुआ कदे नहीं खेडना। जिस व्यक्ति ने भी जुआ खेडिया उस व्यक्ति की हालत पांडवां वर्गी होएगी, क्योंकि ये जुए की एक अगली स्टेज है। हर चीज़ का ना एक एंड होंदा है, शिखर होंदा है। शराबी का भी एक शिखर है, लालची का भी एक शिखर है। कुछ साल हो गए ने दिल्ली का MCD का, उदों एक ही MCD होंदी सी पूरी दिल्ली की, हुण तो कई जोन बन गए दे। जिहड़ा उस वेले गौरमेंट का जिहड़ा उस वेले कमिश्नर सी, अगर मैं ठीक कह रहा होवां तो शायद वो 31 दिसंबर को रिटायरमेंट सी, तो 30 को फड़िया गया।
ਇੱਕ ਦਿਨ ਰਹਿੰਦਾ ਸੀ ਉਹਦਾ, ਨਹੀਂ ਤਾਂ ਉਹਦੀ ਰਿਟਾਇਰਮੈਂਟ ਹੋਣੀ ਸੀ, ਕਿੰਨੀਆਂ ਸੁਗਾਤਾਂ ਗਿਫਟ ਮਿਲਣੇ ਸੀ, ਉਪਹਾਰ ਮਿਲਣੇ ਸੀ, ਪੈਨਸ਼ਨ ਮਿਲਣੀ ਸੀ। ਉਹਨੇ ਆਪਣੀ ਕੀਤੀ ਜਵਾਨੀ ਦੀ ਕਮਾਈ ਨੂੰ ਇੰਜੋਏ ਕਰਨਾ ਸੀ, ਸਭ ਕੁਝ ਲੁੱਟ ਪੁੱਟ ਗਿਆ। ਇੱਕ ਦਿਨ ਬਾਕੀ ਸੀ ਉਹਦਾ। ਹਰ ਚੀਜ਼ ਦਾ ਇੱਕ ਐਂਡ ਹੁੰਦਾ ਹੈ। ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਮਲਕ ਭਾਗੋ ਦੀ ਹਾਲਤ ਇਹ ਹੈ ਕਿ ਕਿਦੋਂ ਜੂਪ ਮੈਂ ਦਰਬ ਹਰਾਇਓ। ਇਹ ਜੂਏ ਵਿੱਚ ਪੈਸੇ ਹਾਰ ਗਿਆ। ਹੁਣ ਗਰੀਬ ਦਾ ਧਨ ਗਵਾਚ ਗਿਆ, ਆਪਾਂ ਨੂੰ ਗੱਲ ਸਮਝ ਆ ਗਈ। ਅਮੀਰ ਆਦਮੀ ਦਾ 50 ਲੱਖ ਗਵਾਚ ਗਿਆ, ਕੋਈ ਫਰਕ ਨਹੀਂ ਹੈ। ਪਰ ਗਰੀਬ ਨੇ ਤਾਂ ਪਤਾ ਨਹੀਂ ਦਿਨ 'ਚ 5-10 ਰੁਪਏ ਕਮਾਏ, ਉਹ ਵੀ ਗਵਾਚ ਜਾਣ, ਉਹਦੀ ਤਾਂ ਦੁਨੀਆ ਲੁੱਟ ਗਈ ਭਾਈ। ਇਸੇ ਤਰ੍ਹਾਂ ਜੁਆਰੀਏ ਦਾ ਧਨ ਹੈ, ਕਿਉਂਕਿ ਜੁਆਰੀਆ ਕਦੇ ਵੀ ਇੱਦਾਂ ਨਹੀਂ ਕਰਦਾ ਕਿ ਕੁਝ ਪੈਸੇ ਉਹ ਆਪਣੀ ਸ਼ਰਾਬ ਲਈ ਰੱਖ ਲਵੇ, ਕੁਝ ਪੈਸੇ ਹੋਟਲ ਦਾ ਬਿੱਲ ਰੱਖ ਲਵੇ ਰੋਟੀ ਲਈ, ਕੁਝ ਪੈਸੇ ਕਿਰਾਏ ਦੇ ਰੱਖ ਲਵੇ, ਕੁਝ ਪੈਸੇ ਉਹ ਮਹੀਨੇ ਦੀ ਖਰਚੀ ਰੱਖ ਕੇ ਫਿਰ ਜੂਆ ਖੇਡੇ ਨਾ। ਜੂਏ ਦੀ ਅਲਾਮਤ ਹੀ ਨਹੀਂ ਹੈ। ਜੂਏ ਦੀ ਅਲਾਮਤ ਹੈ ਕਿ ਜਦੋਂ ਜੂਏ ਦੀ ਉਹ ਚੌਂਕੜੀ 'ਚ ਬੈਠੇਗਾ, ਉਹ ਸਾਹਮਣੇ ਵਾਲੇ ਉਹਨੂੰ ਕਹੀ ਜਾਂਦੇ ਨੇ, ਕਹਿੰਦਾ ਇੱਦਾਂ ਕਰ, ਇੱਕ ਬਾਜੀ ਹੋਰ ਲਾ ਲੈ, ਸ਼ਾਇਦ ਮੋੜਾ ਪੈ ਜਾਏ। ਕਹਿੰਦਾ ਮੇਰੇ ਕੋਲ ਬਚੇ ਹੀ ਕੁਝ ਨਹੀਂ। ਕਹਿੰਦਾ ਜਿਹੜੇ ਸਾਈਕਲ ਤੇ ਆਏ ਉਹ ਹੀ ਲਾ ਦੇ। ਜੁਆਰੀ ਉਹ ਵੀ ਲਾ ਦੇਗਾ। ਕੋਈ ਦੁਨੀਆ ਦਾ ਵਿਅਕਤੀ ਇੰਨਾ ਘਾਟਾ ਨਹੀਂ ਜੇ ਪਾਏਗਾ। ਇੱਕ ਜੁਆਰੀ ਹੈ, ਤੁਸੀਂ ਉਹਨੂੰ ਕਹੋ ਤੇਰੇ ਕੋਲ ਸਕੂਟਰ ਹੈਗਾ, ਉਹ ਸਕੂਟਰ ਵੀ ਲਾ ਦੇਗਾ। ਜਿਵੇਂ ਪਾਂਡਵਾਂ ਨੂੰ ਕਹਿ ਦਿੱਤਾ ਦੁਰਯੋਧਨ ਨੇ, ਉਹ ਕਹਿੰਦੇ ਸਾਡੇ ਕੋਲ ਬਚਿਆ ਕੁਝ ਨਹੀਂ। ਕਹਿੰਦਾ ਕਿਉਂ ਨਹੀਂ ਬਚਿਆ? ਦ੍ਰੋਪਦੀ ਬਚੀ ਹੈ, ਇਹ ਲਾ ਦੇ। ਉਹ ਲਾਤੀ ਉਹਨੇ। ਨਹੀਂ ਤੇ ਜੂਆ ਖੇਡਣਾ ਮਾੜਾ ਕਿਉਂ ਹੈ? ਜੂਆ ਖੇਡਣ ਨਾਲ ਨਾ ਤੇ ਬੰਦਾ ਨੌਨ ਵੈਜ ਖਾਂਦਾ, ਨਾ ਉਹਦੇ ਵਿੱਚ ਕੋਈ ਸ਼ਰਾਬ ਉਹਦੀ ਕੋਈ ਸ਼ਰਤ ਹੈ। ਜੂਏ ਦੀ ਇਹ ਸ਼ਰਤ ਨਹੀਂ ਹੈ ਕਿ ਤੁਹਾਨੂੰ ਨੌਨ ਵੈਜ ਖਾਣਾ ਪਵੇਗਾ, ਸ਼ਰਾਬ ਪੀਣੀ ਪਵੇਗੀ, ਨਾ। ਜੂਆ ਇੱਕ ਬੁਰੀ ਆਦਤ ਹੈ, ਔਰ ਐਸੀ ਬੁਰੀ ਆਦਤ ਹੈ ਜਿਹੜੀ ਤੁਹਾਡਾ ਸਭ ਕੁਝ ਲੁਟਾ ਪਟਾ ਦੇਗੀ। ਇਸੇ ਕਰਕੇ ਸਿਆਣਿਆਂ ਨੇ ਕਿਹਾ ਵੀ ਇਹ ਕੰਮ ਨਹੀਂ ਕਰਨਾ। ਜਦੋਂ ਕਿਸੇ ਗੱਲ ਤੋਂ ਰੋਕਿਆ ਗਿਆ ਤੇ ਉਹਦਾ ਇੱਕ ਤੱਤ ਵੀ ਹੈ, ਉਹਦਾ ਇੱਕ ਨਿਚੋੜ ਵੀ ਹੈ, ਉਹਦਾ ਇੱਕ ਤਾਤਪਰਜ ਵੀ ਹੈ। ਅੱਜ ਮਲਕ ਭਾਗੋ ਦੀ ਹਾਲਤ ਇਹ ਹੈ ਕਿ ਮਾਨੋ ਉਹ ਜੂਏ ਦੇ ਵਿੱਚ ਸਭ ਕੁਝ ਹਾਰ ਚੁੱਕਿਆ ਹੈ। ਚੋਰ ਜਾਰ ਜਿਉਂ ਬੋਲ ਨਾ ਆਇਓ। ਤੇ ਜਾਂ ਭਾਈ ਕੋਈ ਚੋਰ ਜਿਹੜਾ ਚੋਰੀ ਕਰਦਾ ਫੜਿਆ ਜਾਏ, ਉਹ ਲੱਖ ਆਪਣੀ ਸਫਾਈ ਪੇਸ਼ ਕਰੇ, ਕੋਈ ਸੁਣੇਗਾ? ਚੋਰ ਨੇ ਚੋਰੀ ਕਰ ਲਈ, ਕਿਸੇ ਨੇ ਉਹਦੀ ਬਾਂਹ ਫੜ ਲਈ। ਹੁਣ ਉਹ ਲੱਖ ਕਵੇ ਜੀ ਮੇਰੇ ਤੋਂ ਗਲਤੀ ਨਾਲ ਹੋ ਗਿਆ ਜੀ, ਭੁਲੇਖੇ ਨਾਲ ਹੋ ਗਿਆ ਜੀ, ਮੈਂ ਲੋੜਵੰਦ ਸੀਗਾ, ਕੋਈ ਚੋਰ ਦੀ ਗੱਲ ਨਹੀਂ ਜੇ ਮੰਨੇਗਾ। ਇਹ 3 ਉਦਾਹਰਨਾਂ ਮਲਕ ਭਾਗੋ ਦੀਆਂ ਲਿਖੀਆਂ ਨੇ ਕਿ ਜਿਵੇਂ ਚੋਰ ਮੌਕੇ ਤੇ ਫੜਿਆ ਜਾਵੇ, ਜੁਆਰੀਆ ਪੈਸੇ ਹਾਰ ਜਾਏ, ਜਾਂ ਗਰੀਬ ਉਹਦਾ ਧਨ ਗਵਾਚ ਜਾਏ। ਅੱਜ ਇਹਨਾਂ ਤਿੰਨਾਂ ਵਰਗੀ ਹਾਲਤ ਮਲਕ ਭਾਗੋ ਦੀ ਹੋ ਗਈ ਜਦੋਂ ਉਹਦੀਆਂ ਪੂੜੀਆਂ ਦੇ ਵਿੱਚੋਂ ਖੂਨ ਨਿਕਲ ਆਇਆ। ਹਾਂਜੀ। ਊਚ ਨੀਚ ਹੇਰੇ ਨਾਰ ਠਾਂਡੇ, ਚਿਤ ਮੈਂ ਅਦਕ ਬਿਸ਼ਮਤਾ ਬਾਡੇ। ਊਚ ਤੋਂ ਲੈ ਕੇ ਨੀਚ ਤੱਕ, ਨੀਚ ਤੋਂ ਲੈ ਕੇ ਊਚ ਤੱਕ, ਗਰੀਬਾਂ ਤੋਂ ਲੈ ਕੇ ਅਮੀਰਾਂ ਤੱਕ, ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਵੇਖਿਆ। ਕੋਈ ਬਚਿਆ ਹੀ ਨਹੀਂ ਜਿਹਨੇ ਐਮਨਾਬਾਦ ਵਿੱਚ ਨਾ ਵੇਖਿਆ ਹੋਵੇ ਵੀ ਆਹ ਮਲਕ ਭਾਗੋ ਹੈ, ਆਹ ਕਰਤੂਤ ਇਹਦੀ। ਇਹਨੇ ਇੰਨੀ ਲੋਕਾਂ ਦੀ ਖੂਨ ਚੂਸ ਕੇ ਇਹ ਬੇਈਮਾਨੀ ਦੀ ਮਾਇਆ ਇਕੱਠੀ ਕੀਤੀ ਹੈ ਭਾਈ, ਕਿ ਅੱਜ ਇਹਦੇ ਘਰ ਦੇ ਬ੍ਰਹਮ ਭੋਜ ਦੇ ਵਿੱਚੋਂ ਵੀ ਖੂਨ ਨਿਕਲ ਆਇਆ। ਤੁਸੀਂ ਸੋਚ ਸਕਦੇ ਹੋ ਕਿੰਨੀ ਬਦਨਾਮੀ ਹੋਈ ਹੋਏਗੀ, ਕਿੰਨੀਆਂ ਲੋਕਾਂ ਨੇ ਲਾਹਣਤਾਂ ਪਾਈਆਂ ਹੋਣਗੀਆਂ। ਇਹ ਦੁਨੀਆ ਜਿਹੜੀ ਹੈ ਨਾ, ਸਿਆਣੇ ਕਹਿੰਦੇ ਨੇ ਵੀ ਦਾਤਰੀ ਦੇ ਦੰਦੇ ਇੱਕ ਪਾਸੇ ਹੁੰਦੇ ਨੇ, ਇਹਨਾਂ ਦੇ 2 ਪਾਸੇ ਹੁੰਦੇ ਨੇ।
ਇਹਦੀ ਛੋਟੀ ਜਿਹੀ ਉਦਾਹਰਨ ਹੈ। ਤੁਹਾਡੇ ਘਰ ਕ੍ਰਿਕਟ ਦਾ ਮੈਚ ਲੱਗਾ ਟੀਵੀ ਤੇ, ਹੁਣ ਇੱਕ ਬੰਦਾ ਉਹ ਬੜਾ ਕ੍ਰਿਕਟ ਦਾ ਪ੍ਰੇਮੀ ਹੈ। ਹੁਣ ਜੇ ਤੇ ਤੁਹਾਡੀ ਟੀਮ ਗਈ ਜਿੱਤ, ਤੇ ਉਹਨੇ ਕਹਿਣਾ ਵੀ ਪਕੌੜੇ ਕੱਢੋ, ਮਠਿਆਈ ਲਿਆਓ, ਪਟਾਕੇ ਲਿਆਓ। ਅੱਛਾ, ਜੇ ਕਿਤੇ ਗਈ ਟੀਮ ਹਾਰ, ਉਹਨੇ ਮੰਜੀ ਤੇ ਬੈਠੇ ਮਾਰ ਕੇ ਨਾ ਰਿਮੋਟ ਟੀਵੀ ਦੀ ਸਕਰੀਨ ਤੋੜ ਦੇਣੀ ਹੈ। ਇਹ ਦੁਨੀਆ ਦਾ ਸੁਭਾਅ ਹੀ ਇਹ ਹੈ। ਇਹਨੇ ਪੁੱਠਾ ਚੱਲਣ ਲੱਗਿਆ ਵੀ ਸਮਾਂ ਨਹੀਂ ਜੇ ਲਾਉਣਾ, ਸਿੱਧਾ ਤੁਰਨ ਲੱਗਿਆ ਵੀ ਸਮਾਂ ਨਹੀਂ ਜੇ ਲਾਉਣਾ। ਇਹਨਾਂ ਦੀ ਜ਼ੁਬਾਨ ਖੋਤਾ ਹੀ ਖਾਂਦੀ ਹੈ, ਹੋਰ ਕੁਝ ਨਹੀਂ ਖਾਂਦੀ। ਥੋੜ੍ਹੀ ਜਿਹੀ ਐਨੂੰ ਘੁੰਮ ਜਾਂਦੀ ਹੈ, ਥੋੜ੍ਹੀ ਜਿਹੀ ਐਨੂੰ ਵੀ ਘੁੰਮ ਜਾਂਦੀ ਹੈ। ਹੁਣ ਉਹੀ ਲੋਕ ਜਿਹੜੇ ਸਾਰਾ ਦਿਨ ਮਲਕ ਭਾਗੋ ਦੀਆਂ ਸਿਫਤਾਂ ਕਰਦੇ ਸੀ, ਉਹ ਲਾਹਨਤਾਂ ਪਾਉਣ ਲੱਗ ਗਏ। ਐਵੇਂ ਨਾ ਦੁਨੀਆ ਦੇ ਭੁਲੇਖੇ ਵਿੱਚ ਪੈਣਾ ਵੀ ਨਹੀਂ ਜੀ ਦੁਨੀਆ ਤੇ ਮੇਰੇ ਮਗਰ ਹੀ ਹੈ। ਇਹ ਦੁਨੀਆ ਕਿਸੇ ਮਗਰ ਨਹੀਂ ਜੇ। ਇਸ ਦੁਨੀਆ ਦੇ ਭੁਲੇਖੇ 'ਚ ਕਦੇ ਨਾ ਪੈਣਾ। ਇਹ ਜੱਗ ਕਊਆ, ਕਰੋ ਕਿਰਪਾ, ਜੱਗ ਕਊਆ ਮੁੱਖ ਚੁੰਝ ਗਿਆ। ਇਹ ਤੇ ਕਾਂ ਵਰਗੇ ਨੇ, ਚੂਰੀ ਵੀ ਖਵਾਓਗੇ ਨਾ ਤੇ ਕਾਂ ਕਾਂ ਹੀ ਕਰਨੀ, ਕਦੇ ਐਨੂੰ ਕਰ ਦੇਣਗੇ, ਕਦੇ ਐਨੂੰ ਕਰ ਦੇਣਗੇ। ਇਹਨਾਂ ਲੋਕਾਂ ਨੇ ਬੋਲੀ ਜਾਣਾ, ਕਦੇ ਚੰਗਾ ਬੋਲ ਦੇਣਗੇ, ਕਦੇ ਮਾੜਾ ਬੋਲ ਦੇਣਗੇ। ਇਹ ਕਿਸੇ ਦੇ ਜਰ ਖਰੀਦ ਨਹੀਂ ਹੁੰਦੇ। ਇਹ ਆਵਾਜ਼ਾਂ, ਇਹ ਖਲਕਤ ਖੁਦਾ ਏ ਨਗਾਰਾ। ਇਹ ਦੁਨੀਆ ਦੀ ਆਵਾਜ਼ ਰੱਬ ਦਾ ਢੋਲ ਹੈ। ਜੇ ਸੁਣੀ ਜਾਂਦੀ ਹੈ ਤਾਂ ਸੁਣ ਲਓ ਭਾਈ। ਹਾਂਜੀ। ਸ਼੍ਰੀ ਨਾਨਕ ਉਠ ਬਾਹਰ ਆਏ, ਮਨਹੁ ਗਿਆਨ ਕੋ ਤਰਨ ਸੁਹਾਏ। ਇਸ ਘਟਨਾ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਘਰੋਂ ਨਿਕਲੇ ਤੇ ਭਾਈ ਲਾਲੋ ਦੇ ਘਰ ਨੂੰ ਤੁਰ ਪਏ। ਕਵੀ ਜੀ ਕਹਿੰਦੇ ਕਿ ਮਨੋ ਗਿਆਨ ਕੋ ਤਰਨ ਸੁਹਾਏ। ਬਸ ਇਹ ਸਮਝ ਲਓ ਕਿ ਗਿਆਨ ਦਾ ਸੂਰਜ ਚੜ੍ਹ ਗਿਆ। ਹਾਂਜੀ। ਲਾਲੋ ਜਿਨ ਕੇ ਸੰਗ ਹੈ, ਅੰਗ ਉਮੰਗਤ ਭਾਜੋ। ਭਾਈ ਲਾਲੋ ਮਗਰ ਮਗਰ ਤੇ ਹੁਣ ਖੁਸ਼ ਹੈ। ਜਦੋਂ ਆਇਆ ਸੀ ਸਸ਼ੰਕ ਸੀ, ਪਤਾ ਨਹੀਂ ਕੀ ਹੋਏਗਾ, ਦੀਵਾਨ ਪਤਾ ਨਹੀਂ ਕੀ ਕਰੇਗਾ। ਮੇਰੇ ਗੁਰੂ ਨਾਨਕ ਜੀ ਨੂੰ ਪਤਾ ਨਹੀਂ ਕੀ ਬੋਲੇਗਾ। ਪਰ ਜਦੋਂ ਸਾਰਾ ਕੁਝ ਹੋ ਬੀਤ ਗਿਆ, ਹੁਣ ਭਾਈ ਲਾਲੋ ਬੜਾ ਖੁਸ਼ ਹੈ, ਪ੍ਰਸੰਨ ਚਿੱਤ ਹੈ। ਹਾਂਜੀ। ਰਦਨ ਕੁੰਦ ਕਰਨਾ ਸਦਨ, ਬਦਨ ਸੋ ਉਡ ਗਨ ਰਾਜ। ਉਹ ਮੇਰੇ ਸਤਿਗੁਰੂ ਪਿਤਾ ਮਹਾਰਾਜ ਜਿਹੜੇ ਅੱਜ ਰਦਨ ਕੁੰਦ, ਮੇਰੇ ਸਤਿਗੁਰੂ ਜੀ ਦੇ ਦੰਦ ਕੈਸੇ ਨੇ? ਕਹਿੰਦੇ ਭਾਈ ਤੇ ਸੁੱਖਾਂ ਦੇ ਮੂਲ ਨੇ। ਸਤਿਗੁਰੂ ਕਰੁਣਾ ਦੇ ਸਦਨ ਨੇ, ਕਿਰਪਾ ਦੇ ਘਰ ਨੇ। ਬਦਨ ਸੋ ਉਡਗਣ ਰਾਜ। ਸਤਿਗੁਰੂ ਪਿਤਾ ਮਹਾਰਾਜ ਜਿਵੇਂ ਤਾਰਿਆਂ ਦਾ ਰਾਜ ਹੁੰਦਾ ਹੈ ਨਾ, ਇਸ ਕਦਰ ਦੁਨੀਆ ਦੇ ਉੱਤੇ ਸਤਿਗੁਰੂ ਦੀ ਮਹਿਮਾ ਛਾਈ ਹੈ। ਹਾਂਜੀ। ਆਨ ਸਦਨ ਮੈਂ ਪ੍ਰਭੂ ਬਿਰਾਜੇ, ਜਿਹ ਕੀ ਕਰੁਣਾ ਯਮ ਦੁਖ ਭਾਗੇ। ਸਤਿਗੁਰੂ ਭਾਈ ਲਾਲੋ ਦੇ ਘਰ ਚਲੇ ਗਏ। ਉੱਥੇ ਜਾ ਕੇ ਸਤਿਗੁਰੂ ਬਿਰਾਜੇ ਨੇ। ਇਹ ਉਹ ਸਤਿਗੁਰੂ ਨੇ ਜਿਨ੍ਹਾਂ ਦੀ ਜੇ ਕਿਰਪਾ ਹੋ ਜਾਏ ਤੇ ਜਮਾਂ ਦੇ ਦੁੱਖ ਕੱਟੇ ਜਾਂਦੇ ਨੇ ਭਾਈ। ਜਮ ਦੁੱਖ ਨਹੀਂ ਦੇ ਸਕਦੇ। ਹਾਂਜੀ। ਪੁਰ ਮੈਂ ਬਿਸਤਰਿਓ ਬਿਰਤਾਂਤਾ, ਮਿਲ ਮਿਲ ਕਰੇ ਪਰਸਪਰ ਬਾਤਾ। ਦੁਨੀਆ ਦੇ ਵਿੱਚ ਐਮਨਾਬਾਦ ਦੀ ਨਗਰੀ ਦੇ ਵਿੱਚ ਬੜਾ ਜਸ ਫੈਲਿਆ। ਬੜੀਆਂ ਦੁਨੀਆ ਨੇ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਕੀਤੀਆਂ, ਸਿਫਤਾਂ ਕੀਤੀਆਂ, ਜਸ ਗਾਇਆ। ਪਰ ਕੁਝ ਲੋਕ, ਦੇਖੋ ਇੱਕ ਉੱਲੂ ਬਿਰਤੀ ਵੀ ਹੁੰਦੀ ਹੈ, ਉਲਟੀ ਸੋਚ। ਕਿਉਂਕਿ ਉੱਲੂ ਜਿਹੜਾ ਹੈ, ਜਦੋਂ ਸੂਰਜ ਚੜ੍ਹਦਾ ਹੈ, ਇਹ ਨਹੀਂ ਕਿ ਕੇਵਲ ਉਹਨੂੰ ਦਿਸਦਾ ਨਹੀਂ ਹੈ, ਤੁਸੀਂ ਉਹਦਾ ਐਕਸ਼ਨ ਵੇਖੋ ਕੀ ਹੈ। ਦਰਖਤ ਹੋਵੇ, ਬਿਜਲੀ ਦੀ ਤਾਰ ਹੋਵੇ, ਕੁਝ ਹੋਵੇ, ਉਹ ਪੁੱਠਾ ਲਟਕ ਜਾਂਦਾ। ਮਤਲਬ ਸੂਰਜ ਚੜ੍ਹੇ ਦਾ ਇੰਨਾ ਤਾਪ ਚੜ੍ਹਦਾ ਉਹਨੂੰ ਵੀ ਉਹ ਸਿੱਧਾ ਬਹਿ ਕੇ ਦਿਨ ਕੱਟਣ ਲਈ ਤਿਆਰ ਨਹੀਂ ਹੈ, ਪੁੱਠਾ ਲਟਕ ਜਾਏਗਾ।
ਪਰ ਜਿਵੇਂ ਰਾਤ ਹੋਏਗੀ ਫਿਰ ਭੱਜ ਪਏਗਾ। ਕਈ ਲੋਕ ਉਹ ਵੀ ਸਨ ਜਿਨ੍ਹਾਂ ਨੇ ਅੱਜ ਵੀ ਗੁਰੂ ਨਾਨਕ ਸਾਹਿਬ ਦੀ ਕੀਰਤੀ ਨੂੰ ਨਹੀਂ ਸਮਝਿਆ। ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਨਾਨਕ ਦੇ ਕੋਲ ਕੋਈ ਮੰਤਰ ਹੈ, ਇਹਨੇ ਕੀ ਕੀਤਾ, ਇਹਨੇ ਕਹਿੰਦੇ ਸਾਰਿਆਂ ਦੀ ਨਿਗਾਹ ਬੰਨ੍ਹ ਦਿੱਤੀ, ਜਿਹਨੂੰ ਆਪਾਂ ਹਿਪਨੋਟਾਈਜ਼ ਕਰਨਾ ਕਹਿੰਦੇ ਆ, ਤੇ ਮਲਕ ਭਾਗੋ ਨੂੰ ਝੂਠਾ ਕਰ ਦਿੱਤਾ। ਉਹ ਅਜੇ ਵੀ ਗੁਰੂ ਜੀ ਦੀ ਮਹਿਮਾ ਨਹੀਂ ਸਮਝ ਸਕੇ, ਪਰ ਬਹੁਤ ਲੋਕ ਉਹ ਸਨ ਜਿਨ੍ਹਾਂ ਨੇ ਗੁਰੂ ਦੀ ਮਹਿਮਾ ਨੂੰ ਸਮਝਿਆ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।